ਪਿਆਰੇ ਬੱਚਿਆਂ ਨੂੰ ਅਤੇ ਉਹਨਾਂ ਦੇ ਮਾਪਿਆਂ ਨੂੰ ਨਮਸਕਾਰ, ਸਤਿ ਸ਼੍ਰੀ ਅਕਾਲ। ਅੱਜ ਮਿਤੀ 19 ਜਨਵਰੀ 2024 ਅਤੇ ਦਿਨ ਸ਼ੁੱਕਰਵਾਰ। ਤਾਂ ਪਿਆਰੇ ਬੱਚਿਓ, ਅੱਜ ਆਪਾਂ ਇੰਗਲਿਸ਼ ਅਤੇ ਗਣਿਤ ਇਹਨਾਂ ਦੋਵਾਂ ਦੀ ਵਰਕਸ਼ੀਟਾਂ ਅੱਜ ਕਰਾਂਗੇ ਆਪਾਂ। ਅਤੇ ਹਰ ਵਾਰ ਦੀ ਤਰ੍ਹਾਂ ਉਮੀਦ ਕਰਦਾ ਮੈਂ ਕਿ ਪਿੱਛੇ ਜਿਹੜੀਆਂ ਵੀ ਆਪਾਂ ਵੀਡੀਓਜ਼ ਬਣਾਈਆਂ ਨੇ ਉਹਨਾਂ ਨੂੰ ਦੇਖ ਕੇ ਤੁਸੀਂ ਵਰਕਸ਼ੀਟਾਂ ਨੂੰ ਚੰਗੇ ਤਰੀਕੇ ਨਾਲ ਕਰ ਲਿਆ ਹੋਣਾ। ਤਾਂ ਅੱਜ ਆਪਾਂ ਇੰਗਲਿਸ਼ ਅਤੇ ਗਣਿਤ ਦੀ ਵਰਕਸ਼ੀਟਾਂ ਨੂੰ ਕਰਾਂਗੇ। ਅਤੇ ਚਲੋ ਹੁਣ ਆਪਾਂ ਤੁਹਾਨੂੰ ਪਹਿਲੇ ਇੰਗਲਿਸ਼ ਦੀ ਵਰਕਸ਼ੀਟਾਂ ਤੋਂ ਸ਼ੁਰੂ ਕਰਾਂਗੇ। ਤਾਂ ਇੰਗਲਿਸ਼ ਦੀ ਵਰਕਸ਼ੀਟ ਨੰਬਰ 8 ਅਤੇ ਪੇਜ ਨੰਬਰ 16 ਅੱਜ ਆਪਾਂ ਕਰਾਂਗੇ। ਤਾਂ ਇਹਦੇ ਵਿੱਚ ਜਿਹੜਾ 4 ਨੰਬਰ ਸਵਾਲ ਹੈ ਉਹ ਹੈ, ਜਾਂ ਕੁਐਸਚਨ ਹੈ, ਉਹ ਹੈ ਚੂਜ਼ ਦਾ ਰਾਈਮਿੰਗ ਵਰਡਸ ਫੋਰ ਦਾ ਗਿਵਨ ਵਰਡਸ। ਮਤਲਬ ਦਿੱਤੇ ਗਏ ਸ਼ਬਦਾਂ ਲਈ ਸਹੀ ਲੈਅ ਵਾਲੇ ਸ਼ਬਦ ਜਾਂ ਇੱਕੋ ਵਰਗੀ ਆਵਾਜ਼ ਵਾਲੇ ਸ਼ਬਦ ਜਾਂ ਵਰਡਸ ਚੁਣੋ। ਮਤਲਬ ਆਹ ਸ਼ਬਦ ਜਾਂ ਵਰਡਸ ਦਿੱਤੇ ਗਏ ਨੇ, ਜਿਸ ਤਰ੍ਹਾਂ ਦੀ ਇਹਨਾਂ ਦੀ ਆਵਾਜ਼ ਆਉਂਦੀ ਹੈ ਉਸੇ ਤਰ੍ਹਾਂ ਦੇ ਹੀ ਇਹਨਾਂ ਦੇ ਸਾਹਮਣੇ ਆਪਾਂ ਸ਼ਬਦ ਲੱਭ ਕੇ ਲਿਖਣੇ। ਜਿਵੇਂ ਪਹਿਲਾ ਵਰਡ ਹੈ LAD, ਯਾਨੀ ਕਿ ਲੈਡ। ਜੇ ਆਪਾਂ ਪੰਜਾਬੀ ਦੇ ਵਿੱਚ ਇਹਨਾਂ ਦੀ ਆਵਾਜ਼ਾਂ ਕੱਢਾਂਗੇ ਤਾਂ ਲ ਯਾਨੀ ਲੈਡ। ਹੁਣ ਆਪਾਂ ਇਹਨਾਂ ਚਾਰਾਂ ਸ਼ਬਦਾਂ ਦੇ ਵਿੱਚੋਂ ਜਾਂ ਚਾਰਾਂ ਵਰਡਸ ਦੇ ਵਿੱਚੋਂ ਆਪਾਂ ਉਹ ਵਰਡ ਲੱਭਣਾ ਜਿਹਦੀ ਆਵਾਜ਼ ਐਡ ਇਹਦੇ ਵਰਗੀ ਹੋਵੇ, ਅਤੇ ਉਹਦੇ ਸਾਹਮਣੇ ਆਪਾਂ ਇਹ ਵਾਲਾ ਵਰਡ ਲਿਖ ਦੇਣਾ। ਜਿੱਦਾਂ SAT, ਸੈਟ। ਇੱਥੇ ਆਵਾਜ਼ ਆ ਰਹੀ ਹੈ ਐਡ, ਇੱਥੇ ਆਵਾਜ਼ ਆ ਰਹੀ ਹੈ ਐਡ, ਇਹਦਾ ਮਤਲਬ ਇਹਨਾਂ ਦੀ ਆਵਾਜ਼ ਵਿੱਚ ਫਰਕ ਹੈ। ਫਿਰ ਇਹਨੂੰ ਦੇਖਦੇ ਹਾਂ ਸੈਟ, ਇਹਦੀ ਆਵਾਜ਼ ਹੈ LAD ਲੈਡ, ਲੈਡ। ਇਹ ਵੀ ਇੱਕੋ ਵਰਗੀ ਆਵਾਜ਼ ਨਹੀਂ ਹੈ। ਹੁਣ ਆਪਾਂ ਆਹ ਵਰਡ ਦੇਖਦੇ ਹਾਂ DAD, ਡੈਡ, ਡੈਡ। ਇਹਦੀ ਕਿਹੋ ਜਿਹੀ ਆਵਾਜ਼ ਹੈ LAD ਲੈਡ, ਲੈਡ। ਯਾਨੀ ਕਿ ਇਹਨਾਂ ਦੀ ਆਵਾਜ਼ ਅਤੇ ਇਹਨਾਂ ਦੀ ਆਵਾਜ਼ ਇੱਕੋ ਵਰਗੀ ਹੈ। ਇਹਨਾਂ ਦੀ ਆਵਾਜ਼ ਅਤੇ ਇਹਨਾਂ ਦੀ ਆਵਾਜ਼ ਬਿਲਕੁਲ ਇੱਕੋ ਵਰਗੀ ਹੈ। ਇੱਕ ਤਰੀਕਾ ਹੋਰ ਹੈ, ਆਹ ਜਿਹੜੇ ਦੋ ਅਖੀਰਲੇ ਅੱਖਰ ਹੈ ਇਹਨਾਂ ਦਾ ਮਿਲਾਨ ਕਰਨਾ ਹੈ। ਇਹਨਾਂ ਚਾਰਾਂ ਦੇ ਵਿੱਚੋਂ ਕਿਹੜੇ ਸ਼ਬਦ ਜਾਂ ਵਰਡ ਦੇ ਲਾਸਟ 'ਤੇ ਆਹ ਦੋ ਅੱਖਰ ਆ ਰਹੇ ਨੇ। ਅਤੇ ਆਪਾਂ ਐਡ ਡੈਡ ਅਤੇ ਐਡ ਲੈਡ ਇਹ ਦੇਖਿਆ ਸੀ ਕਿ ਇਹਨਾਂ ਦੋਵਾਂ ਵਰਡਸ ਦੀ ਜਿਹੜੀ ਆਵਾਜ਼ ਹੈ ਇੱਕੋ ਵਰਗੀ ਹੈ। ਠੀਕ ਹੈ, ਅਤੇ ਆਪਾਂ ਇੱਥੇ ਲਿਖ ਦਿਆਂਗੇ ਲੈਡ, ਐਡ ਡੈਡ, ਐਡ ਲੈਡ। ਇਸੇ ਤਰ੍ਹਾਂ ਹੀ ਇਹਨਾਂ ਵਰਡਸ ਦੀਆਂ ਆਵਾਜ਼ਾਂ ਦੇਖਣੀਆਂ ਨੇ ਅਤੇ ਇਹਨਾਂ ਦੇ ਨਾਲ ਮਿਲਾਨ ਕਰਨਾ ਹੈ ਕਿ ਕੀ ਇਹਨਾਂ ਦੀ ਆਵਾਜ਼ ਕਿਹਦੇ ਨਾਲ ਮਿਲਦੀ ਹੈ, ਉਹਦੇ ਨਾਲ ਲਿਖ ਦੇਣਾ। ਜਿਹਦੇ ਨਾਲ ਵੀ ਇਹ ਵਰਡਸ ਦੀਆਂ ਆਵਾਜ਼ਾਂ ਮਿਲਦੀਆਂ ਨੇ ਉਹਦੇ ਅੱਗੇ ਇਹ ਵਰਡ ਨਾਲ ਲਿਖ ਦੇਣੇ। ਅੱਗੇ ਚੱਲਦੇ ਹਾਂ ਆਪਾਂ ਸਵਾਲ ਨੰਬਰ 5। ਪੁੱਟ ਦਾ ਕ੍ਰੋਸ X, ਮਾਰਕ ਔਨ ਦਾ ਪੇਅਰਸ ਨੋਟ ਹੈਵਿੰਗ ਦਾ ਸੇਮ ਵਰਡਸ। ਇਹ ਕਹਿੰਦੇ ਨੇ ਵੀ ਉਸ ਜੋੜੇ ਦੇ ਅੱਗੇ ਗੁਣਾ ਦਾ ਨਿਸ਼ਾਨ ਜਿਹਨੂੰ ਕਹਿੰਦੇ, ਜਾਂ ਕਾਂਟੇ ਦਾ ਨਿਸ਼ਾਨ, ਜਾਂ ਕ੍ਰੋਸ ਦਾ ਨਿਸ਼ਾਨ ਲਗਾਓ, ਜਿਹੜੇ ਕਿ ਇੱਕੋ ਵਰਗੇ ਵਰਡਸ ਜਿਨ੍ਹਾਂ ਦੇ ਵਿੱਚ ਨਹੀਂ ਹੈਗੇ। ਇਹ ਆਪਾਂ ਦੇਖਣਾ ਬੋਲ ਕੇ, ਇਹਨਾਂ ਵਰਡਸ ਨੂੰ ਆਪਾਂ ਬੋਲ ਕੇ ਦੇਖਾਂਗੇ ਕਿਹਨਾਂ ਦੀ ਆਵਾਜ਼ ਇੱਕੋ ਵਰਗੀ ਹੈਗੀ ਹੈ
ਤੇ ਕਿੰਨਾ ਦੀ ਨਹੀਂ ਹੈਗੀ। ਜਿਨ੍ਹਾਂ ਦੀ ਆਵਾਜ਼ ਇੱਕੋ ਵਰਗੀ ਹੈ ਉਹਦੇ ਅੱਗੇ ਆਪਾਂ ਟਿਕ ਲਗਾ ਦੇਣਾ, ਜਿਹਦੀ ਆਵਾਜ਼ ਇੱਕੋ ਵਰਗੀ ਨਹੀਂ ਹੈ ਉਹਦੇ ਅੱਗੇ ਆਪਾਂ ਕਾਂਟਾ ਲਗਾ ਦੇਣਾ। ਅੱਗੇ ਸਵਾਲ ਨੰਬਰ 6, ਚੂਜ਼ ਦਾ ਸੇਮ ਵਰਡ। ਉਹ ਕਹਿੰਦੇ ਨੇ ਸਹੀ ਸ਼ਬਦ ਚੁਣੋ। ਆਹ ਇੱਕ ਵਰਡ ਦਿੱਤਾ ਗਿਆ ਆਪਾਂ ਨੂੰ, ਇੱਕ ਸ਼ਬਦ ਦਿੱਤਾ ਗਿਆ, ਇਹਦੇ ਨਾਲ ਦਾ ਵਰਡ ਆਪਾਂ ਦੇਖਣਾ। ਆਹ 4 ਵਰਡਸ ਦੇ ਵਿੱਚੋਂ ਦੀ ਕਿਹੜਾ ਹੈਗਾ ਉਹਦੇ ਉੱਪਰ ਰਾਈਟ ਲਗਾ ਦੇਣਾ। ਉਸ ਤੋਂ ਬਾਅਦ ਸਵਾਲ ਨੰਬਰ 7, ਚੂਜ਼ ਦਾ ਇਨਕੋਰੈਕਟ ਪੇਅਰ ਆਫ ਵਰਡ ਐਂਡ ਪਿਕਚਰ। ਇਹ ਕਹਿੰਦੇ ਨੇ ਆਹ ਜਿਹੜੇ ਜੋੜੇ ਦਿੱਤੇ ਗਏ ਨੇ, ਯਾਨੀ ਕਿ ਇੱਕ ਤਸਵੀਰ ਦਿੱਤੀ ਗਈ ਹੈ, ਉਹਦੇ ਥੱਲੇ ਇੱਕ ਵਰਡ ਲਿਖਿਆ ਗਿਆ ਹੈ। ਇਸੇ ਤਰ੍ਹਾਂ ਹੀ ਆਹ ਤਸਵੀਰਾਂ ਬਣੀਆਂ ਅਤੇ ਉਹਨਾਂ ਦੇ ਥੱਲੇ ਵਰਡਸ ਲਿਖੇ ਹੋਏ ਨੇ, ਸ਼ਬਦ ਲਿਖੇ ਹੋਏ ਨੇ। ਆਪਾਂ ਇਹ ਦੇਖਣਾ ਕਿ ਇਹਨਾਂ ਦੇ ਵਿੱਚੋਂ ਦੀ ਉਹ ਕਿਹੜਾ ਵਰਡ ਹੈ ਜਿਹੜਾ ਕਿ ਤਸਵੀਰ ਦੇ ਨਾਲ ਮੇਲ ਨਹੀਂ ਖਾ ਰਿਹਾ। ਜਿਹੜਾ ਮੇਲ ਨਹੀਂ ਖਾ ਰਿਹਾ ਹੋਵੇਗਾ ਉਹਦੇ ਉੱਤੇ ਆਪਾਂ ਨਿਸ਼ਾਨ ਲਗਾ ਦਿਆਂਗੇ ਕਿ ਆਹ ਵਰਡ ਜਿਹੜਾ ਇਹ ਤਸਵੀਰ ਦੇ ਨਾਲ ਮੇਲ ਨਹੀਂ ਖਾ ਰਿਹਾ। ਇਹਨੂੰ ਇਹਦੇ ਨਾਲ ਮਿਲਾਉਣਾ, ਇਹਨੂੰ ਇਹਦੇ ਨਾਲ ਮਿਲਾਉਣਾ, ਇਹਨੂੰ ਇਹਦੇ ਨਾਲ, ਇਸ ਨੂੰ ਇਹਦੇ ਨਾਲ, ਇਹਨੂੰ ਇਹਦੇ ਨਾਲ ਅਤੇ ਇਹਨੂੰ ਇਹਦੇ ਨਾਲ। ਇਹ ਹੁਣ ਤੁਸੀਂ ਦੇਖਣਾ ਆਹ ਤਸਵੀਰ ਕਾਹਦੀ ਹੈ ਅਤੇ ਇਹਦੇ ਥੱਲੇ ਜੋ ਲਿਖਿਆ ਕੀ ਇਹ ਸਹੀ ਲਿਖਿਆ। ਆਹ ਤਸਵੀਰ ਕਾਹਦੀ ਹੈ, ਇਹਦੇ ਥੱਲੇ ਜੋ ਵਰਡ ਲਿਖਿਆ ਹੈ ਜਾਂ ਸ਼ਬਦ ਲਿਖਿਆ ਉਹ ਕੀ ਸਹੀ ਹੈ। ਇਸੇ ਤਰ੍ਹਾਂ ਹੀ ਇਹਨਾਂ ਨੂੰ ਦੇਖਣਾ, ਇਹਨਾਂ ਨੂੰ ਦੇਖਣਾ, ਇਹਨਾਂ ਨੂੰ ਦੇਖਣਾ, ਇਹਨਾਂ ਨੂੰ ਦੇਖਣਾ ਅਤੇ ਇਹਨਾਂ ਨੂੰ ਦੇਖਣਾ। ਇਹ ਸੀ ਆਪਣੀ ਇੰਗਲਿਸ਼ ਦੀ ਵਰਕਸ਼ੀਟ ਨੰਬਰ 8 ਅਤੇ ਪੇਜ ਨੰਬਰ 16। ਹੁਣ ਆਪਾਂ ਇਸ ਤੋਂ ਬਾਅਦ ਕਰਾਂਗੇ ਗਣਿਤ ਦੀਆਂ ਵਰਕਸ਼ੀਟਸ। ਤਾਂ ਗਣਿਤ ਦੀ ਜਿਹੜੀ ਵਰਕਸ਼ੀਟ ਹੈ ਉਹ ਅੱਜ ਆਪਾਂ 16 ਨੰਬਰ ਕਰਨੀ ਹੈ ਅਤੇ ਪੇਜ ਨੰਬਰ 31 ਤੋਂ ਆਪਾਂ ਸ਼ੁਰੂ ਕਰਾਂਗੇ। ਤਾਂ ਪਹਿਲਾ ਸਵਾਲ ਹੈ, ਹੇਠਾਂ ਦਿੱਤੀ ਸੰਖਿਆਵਾਂ ਦਾ ਵਿਸਤ੍ਰਿਤ ਰੂਪ ਲਿਖੋ। ਤਾਂ ਪਿਆਰੇ ਬੱਚਿਓ, ਤੁਸੀਂ ਧਿਆਨ ਕੀਤਾ ਹੋਣਾ ਹੈ ਕਿ ਇਕਾਈਆਂ ਅਤੇ ਦਹਾਈਆਂ ਵਾਲੇ ਸਵਾਲ ਪਿੱਛੇ ਵੀ ਕਾਫੀ ਵਾਰ ਆ ਚੁੱਕੇ ਹੈ। ਸੋ ਕਹਿਣ ਦਾ ਮਤਲਬ ਇਹ ਹੈ ਕਿ ਇਹਨਾਂ ਨੂੰ ਧਿਆਨ ਨਾਲ ਕਰਨਾ ਹੈ। ਵਾਰ-ਵਾਰ ਇਹ ਸਵਾਲ ਆ ਰਹੇ ਨੇ, ਇਹਨਾਂ ਨੂੰ ਕਰਨ 'ਚ ਆਪਾਂ ਗਲਤੀ ਨਹੀਂ ਕਰਨੀ। ਜਿਵੇਂ ਲਿਖਿਆ ਪਹਿਲਾ ਸਵਾਲ ਹੈ, ਇਹ ਲਿਖਿਆ 74। ਆਪਾਂ ਇੱਕ ਖਾਲੀ ਡੱਬਾ ਛੱਡਿਆ, ਇੱਥੇ ਦਹਾਈ, ਫਿਰ ਜੋੜ ਦਾ ਨਿਸ਼ਾਨ ਹੈ, ਫਿਰ ਖਾਲੀ ਡੱਬਾ ਹੈ, ਫਿਰ ਇਕਾਈ। ਇਹ ਆਪਾਂ ਪਹਿਲੀ ਸੰਖਿਆ ਲਿਖੀ 74। ਇਹ 74 ਦੇ ਵਿੱਚ ਦੇਖਣਾ ਹੈ ਕਿ ਕਿੰਨੀਆਂ ਦਹਾਈਆਂ ਹੁੰਦੀਆਂ ਨੇ। ਅਤੇ ਇੱਕ ਸਵਾਲ ਆਪਾਂ ਕਰ ਦਿੰਦੇ ਹਾਂ। 74 ਦੇ ਵਿੱਚ ਜਿਹੜੀਆਂ ਦਹਾਈਆਂ ਨੇ ਉਹ ਹੈਗੀਆਂ 7 ਅਤੇ ਇਕਾਈਆਂ ਹੈਗੀਆਂ 4। 7 ਦਹਾਈਆਂ 4 ਇਕਾਈਆਂ। ਹੁਣ ਇੱਥੇ ਆਪਾਂ ਇਹ ਸੰਖਿਆ ਲਿਖ ਦੇਣੀ। 7 ਦਹਾਈਆਂ ਦਾ ਬਣਿਆ, ਸੰਖਿਆ ਬਣੀ 70 ਅਤੇ 4 ਇਕਾਈਆਂ ਦੀ 4। ਬਸ ਇੰਨਾ ਹੀ ਲਿਖਣਾ ਆਪਾਂ। ਜੇ ਥੋੜ੍ਹਾ ਜਿਹਾ ਅੱਗੇ ਤੁਸੀਂ ਲਿਖਣਾ ਚਾਹੋ ਤਾਂ ਇਹਨਾਂ ਦਾ ਜੋੜ ਵੀ ਕਰਕੇ ਲਿਖ ਸਕਦੇ ਹੋ। 70 ਦੇ ਵਿੱਚ 4 ਜੋੜੇ 74। ਤੁਸੀਂ ਇੱਦਾਂ ਵੀ ਅੱਗੋਂ ਕਰ ਸਕਦੇ ਹੋ। ਇਹਦੇ ਨਾਲ ਤੁਹਾਡੀ ਜੋੜ ਦੇ ਸਵਾਲਾਂ ਦੀ ਪ੍ਰੈਕਟਿਸ ਹੋ ਜਾਏਗੀ। ਇਸੇ ਤਰ੍ਹਾਂ ਹੀ ਇਹ ਜਿਹੜੀ ਸੰਖਿਆ ਹੈ 65, ਇਹਦੇ 'ਚ ਕਿੰਨੀਆਂ ਦਹਾਈਆਂ ਨੇ, ਕਿੰਨੀਆਂ ਇਕਾਈਆਂ ਨੇ। ਫਿਰ ਜੋ ਸੰਖਿਆ ਬਣਦੀ ਹੈ ਉਹ ਲਿਖ ਦੇਣੀ ਹੈ ਅਤੇ ਜੋੜ ਕਰਨਾ ਚਾਹੋ ਤਾਂ ਅੱਗੇ ਕਰ ਸਕਦੇ ਹੋ। ਇੱਦਾਂ ਹੀ ਆ ਬਾਕੀ ਵਾਲੇ ਸਵਾਲ ਵੀ ਕਰਨੇ ਆ। ਅੱਗੇ ਚੱਲਦੇ ਹਾਂ। 2 ਨੰਬਰ ਸਵਾਲ, ਖਾਲੀ ਥਾਵਾਂ ਭਰੋ। ਇਹ ਵੀ ਪਹਿਲੇ ਕਾਫੀ ਵਾਰ ਆਇਆ। ਪਹਿਲੀ ਸੰਖਿਆ ਲਿਖੀ 75, ਇੱਥੇ ਲਿਖੀ 60, ਇੱਥੇ ਲਿਖਿਆ ਖਾਲੀ ਥਾਂ। ਮਤਲਬ 60 ਦੇ ਵਿੱਚ ਜਾਂ 75 ਦੇ ਵਿੱਚੋਂ ਜਾਂ 60 ਦੇ ਵਿੱਚ ਕਿੰਨਾ ਜੋੜੀਏ ਕਿ 75 ਆ ਜਾਵੇ। ਇਸੇ ਤਰ੍ਹਾਂ ਹੀ 38 ਅਤੇ 39, ਇਹਨਾਂ ਦੋਵਾਂ ਦਾ ਜੋੜ ਕਰਨ 'ਤੇ ਜੋ ਸੰਖਿਆ ਹੈ ਉਹ ਇੱਥੇ ਲਿਖ ਦੇਣੀ। ਇਹ ਹੈਗਾ 79। 79 ਵਿੱਚੋਂ 18 ਇਹ ਸੰਖਿਆ ਲਿਖੀ ਹੈ। 79 ਦੇ ਵਿੱਚੋਂ ਇਹ 18 ਲਿਖਿਆ। ਆਪਾਂ ਇਹ ਦੇਖਣਾ ਹੈ ਕਿ 18 ਦੇ ਵਿੱਚ ਕਿਹੜੀ ਸੰਖਿਆ ਜੋੜੀਏ ਕਿ 79 ਬਣ ਜਾਂਦਾ। ਠੀਕ ਹੈ। ਉਸ ਤੋਂ ਬਾਅਦ ਹੈ ਆਹ ਲਿਖੀ 30, ਖਾਲੀ ਥਾਂ 70।
30 ਦੇ ਵਿੱਚ ਆਪਾਂ ਕਿੰਨਾ ਜੋੜੀਏ ਕਿ 70 ਆਉਂਦਾ, 70 ਬਣ ਜਾਵੇ। ਇਹ ਆਪਾਂ ਥੋੜ੍ਹਾ ਜਿਹਾ ਧਿਆਨ ਨਾਲ ਕਰਨ ਵਾਲਾ, ਕਾਹਲੀ ਨਹੀਂ ਕਰਨੀ, ਧਿਆਨ ਨਾਲ ਕਰਨਾ, ਦੇਖ ਕੇ ਇਹਨੂੰ। ਅਗਲਾ ਚਲੀਏ ਜੀ, ਹੱਲ ਕਰੋ। ਇਹ ਸਿੱਧੇ ਜੋੜ ਦੇ ਸਵਾਲ ਹੈ, ਆਹ 2 ਘਟਾਓ ਦੇ ਸਵਾਲ ਹੈ। ਧਿਆਨ ਨਾਲ ਕਰਨੇ ਹੈ, ਕੋਈ ਜਲਦਬਾਜ਼ੀ ਨਹੀਂ ਕਰਨੀ। ਉਸ ਤੋਂ ਬਾਅਦ ਹੈ ਚੌਥਾ ਸਵਾਲ ਹੈ ਚਿੰਨ੍ਹ। ਇਹ 3 ਤਰ੍ਹਾਂ ਦੇ ਚਿੰਨ੍ਹ ਦਿੱਤੇ ਗਏ ਹੈ, ਜਿਹੜੇ ਕਿ ਇਹਨਾਂ ਅੱਗੇ ਆਪਾਂ ਲਗਾਉਣੇ ਆ, ਵੱਡਾ, ਛੋਟਾ ਅਤੇ ਬਰਾਬਰ। 7 ਦਹਾਈਆਂ ਦੀ ਜਿਹੜੀ ਸੰਖਿਆ ਬਣਦੀ ਉਹ ਇੱਥੇ ਲਿਖ ਲੈਣੀ। 5 ਇਕਾਈਆਂ ਦੀ ਜਿਹੜੀ ਸੰਖਿਆ ਬਣਦੀ ਉਹ ਇੱਥੇ ਲਿਖ ਲੈਣੀ ਹੈ। ਫਿਰ ਇਹਨਾਂ ਦਾ ਜੋੜ ਕਰਕੇ ਦੇਖਣਾ। ਅੱਗੇ ਹੈ ਖਾਲੀ ਥਾਂ, ਫਿਰ ਹੈ 80 ਦੇ ਵਿੱਚੋਂ 5 ਘਟਾਈਏ ਤਾਂ ਜਿਹੜੀ ਸੰਖਿਆ ਬਣਦੀ ਉਹ ਇੱਥੇ ਲਿਖ ਲੈਣੀ। ਫਿਰ ਤੁਸੀਂ ਦੇਖਣਾ ਹੈ ਕਿ ਇਹ ਦੋਵੇਂ ਸੰਖਿਆਵਾਂ ਜਿਹੜੀਆਂ ਇਹਨਾਂ ਦੋਵਾਂ ਦਾ ਜੋੜ ਕਰਨ 'ਤੇ ਇਹਨਾਂ ਦੋਵਾਂ ਦੀ ਘਟਾਓ ਕਰਨ 'ਤੇ ਜੋ ਆਈਆਂ ਹੈ, ਕਿ ਉਹ ਆਪਸ ਵਿੱਚ ਬਰਾਬਰ ਹੈ ਜਾਂ ਵੱਡੀਆਂ ਛੋਟੀਆਂ ਨੇ, ਜੋ ਵੀ ਹੈ ਉੱਥੇ ਨਿਸ਼ਾਨ ਲਾਉਣਾ ਹੈ। ਜੇ ਵੱਡੀ ਹੈ ਤਾਂ ਵੱਡੀ ਦਾ ਨਿਸ਼ਾਨ ਲਾ ਦੇਣਾ, ਜੇ ਛੋਟੀ ਤਾਂ ਛੋਟੀ ਦਾ ਲਗਾ ਦੇਣਾ, ਜੇ ਬਰਾਬਰ ਨੇ ਤਾਂ ਬਰਾਬਰ ਦਾ। ਇੱਦਾਂ ਹੀ ਇਹਨਾਂ ਨੂੰ ਕਰਕੇ ਦੇਖਣਾ। ਅੱਗੇ ਚੱਲਦੇ ਹਾਂ, ਸਵਾਲ ਨੰਬਰ 5, ਸ਼ਾਬਦਿਕ ਸਵਾਲ। ਤਾਂ ਬੇਟਾ ਸ਼ਾਬਦਿਕ ਸਵਾਲਾਂ ਦੇ ਵਿੱਚ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਸਵਾਲ ਹੁੰਦੇ ਹੈ ਉਹਨਾਂ ਨੂੰ ਕੋਸ਼ਿਸ਼ ਕਰਨੀ ਹੈ ਕਿ ਤੁਸੀਂ ਆਪਣੇ ਉੱਪਰ ਲੈ ਕੇ ਚੱਲਣਾ ਹੈ। ਜਿਵੇਂ ਰਜਿੰਦਰ ਕੋਲ 72 ਕੇਲੇ ਸਨ, ਇੱਥੇ ਤੁਸੀਂ ਰਜਿੰਦਰ ਦੀ ਜਗ੍ਹਾ 'ਤੇ ਇਹ ਸੋਚਣਾ ਕਿ ਮੇਰੇ ਕੋਲ 72 ਕੇਲੇ ਸਨ। ਮੇਰੇ ਕੋਲ ਆਪਣੀ ਭੈਣ ਤੋਂ 10 ਕੇਲੇ ਵੱਧ ਹਨ, ਯਾਨੀ ਕਿ ਮੇਰੇ ਕੋਲ 72 ਕੇਲੇ ਸੀ, ਹੁਣ ਮੇਰੇ ਕੋਲ ਜਿਹੜੇ ਕੇਲੇ ਹੈ ਉਹ ਮੇਰੀ ਭੈਣ ਨਾਲੋਂ 10 ਵੱਧ ਨੇ। ਸਮਝ ਗਏ? ਉਸ ਦੀ ਭੈਣ, ਇੱਥੇ ਤੁਸੀਂ ਕਹਿ ਦੇਣਾ ਮੇਰੀ ਭੈਣ ਕੋਲ ਕਿੰਨੇ ਕੇਲੇ ਹਨ। ਦੁਬਾਰਾ ਤੋਂ ਬੋਲ ਰਿਹਾ, ਇੱਥੇ ਰਜਿੰਦਰ ਲਿਖਿਆ ਅਤੇ ਤੁਸੀਂ ਆਪਣਾ ਸੋਚ ਲੈਣਾ ਮੇਰੇ ਕੋਲ 72 ਕੇਲੇ ਸਨ ਅਤੇ ਮੇਰੇ ਕੋਲ ਮੇਰੀ ਭੈਣ ਨਾਲੋਂ 10 ਕੇਲੇ ਵੱਧ ਸਨ, ਯਾਨੀ ਜ਼ਿਆਦਾ ਸਨ, ਅਤੇ ਮੇਰੀ ਭੈਣ ਕੋਲ ਕਿੰਨੇ ਕੇਲੇ ਹਨ। ਤਾਂ ਇਸ ਸਵਾਲ ਨੂੰ ਧਿਆਨ ਨਾਲ ਸੋਚ ਕੇ ਕਰਨਾ। ਅੱਗੇ ਦਵਿੰਦਰ ਕੋਲ 35 ਰੁਪਏ ਸਨ, ਉਸ ਦੀ ਭੂਆ ਜੀ ਨੇ ਉਸ ਨੂੰ 35 ਰੁਪਏ ਹੋਰ ਦਿੱਤੇ, ਹੁਣ ਦਵਿੰਦਰ ਕੋਲ ਕਿੰਨੇ ਰੁਪਏ ਹਨ। ਇੱਥੇ ਫਿਰ ਦਵਿੰਦਰ ਦੀ ਜਗ੍ਹਾ ਤੁਸੀਂ ਆਪਣੇ ਆਪ ਨੂੰ ਲੈ ਲੈਣਾ, ਯਾਨੀ ਕਿ ਮੇਰੇ ਕੋਲ 35 ਰੁਪਏ ਸਨ, ਮੇਰੀ ਭੂਆ ਜੀ ਨੇ ਮੈਨੂੰ 35 ਰੁਪਏ ਹੋਰ ਦਿੱਤੇ, ਹੁਣ ਮੇਰੇ ਕੋਲ ਕਿੰਨੇ ਰੁਪਏ ਹਨ। ਇਹਨਾਂ ਨੂੰ ਸੋਚ ਕੇ ਕਰਨਾ। ਹੁਣ ਆਪਾਂ ਅੱਗੇ ਚੱਲਦੇ ਹਾਂ, ਵਰਕਸ਼ੀਟ ਨੰਬਰ 16, ਪੇਜ ਨੰਬਰ 32। ਸਵਾਲ ਨੰਬਰ ਹੈ 6, ਤੀਲੀਆਂ ਦੇ ਕਾਟ ਬਿੰਦੂਆਂ ਨੂੰ ਦੇਖ ਕੇ ਖਾਲੀ ਥਾਵਾਂ ਭਰੋ। ਇਹ ਬਿੰਦੂਆਂ ਨੇ ਜਿਹੜੀਆਂ ਕਿ ਜਿੱਥੇ ਲਾਈਨਾਂ ਇੱਕ ਦੂਜੇ ਨੂੰ ਕੱਟਦੀਆਂ ਨੇ ਉੱਥੇ ਬਿੰਦੂ ਲਗਾਈਆਂ ਗਈਆਂ, ਆਹ ਖਾਲੀ ਥਾਵਾਂ ਛੱਡੀਆਂ ਗਈਆਂ ਨੇ, ਇੱਥੇ ਗੁਣਾ ਦਾ ਨਿਸ਼ਾਨ ਹੈ, ਫਿਰ ਬਰਾਬਰ, ਫਿਰ ਇੱਕ ਖਾਲੀ ਥਾਂ ਛੱਡੀ ਗਈ ਹੈ, ਯਾਨੀ ਖਾਲੀ ਡੱਬਾ। ਹੁਣ ਤੁਸੀਂ ਇਹ ਦੇਖਣਾ ਇਹ ਕਿੰਨੀਆਂ ਬਿੰਦੂਆਂ ਨੇ ਅਤੇ ਕਿੰਨੀ ਵਾਰ ਆਈਆਂ ਨੇ, ਅਤੇ ਆਪਾਂ ਇਹਨੂੰ ਗੁਣਾ ਦਾ ਰੂਪ ਦੇਣਾ, ਅਤੇ ਫਿਰ ਦੋਵਾਂ ਸੰਖਿਆਵਾਂ ਜਿਹੜੀਆਂ ਬਣ ਜਾਣਗੀਆਂ ਉਹਨਾਂ ਦੋਵਾਂ ਨੂੰ ਗੁਣਾ ਕਰਕੇ ਇੱਥੇ ਲਿਖ ਦੇਣਾ। ਜਿਵੇਂ ਇਹ ਇੱਕ ਤਰ੍ਹਾਂ ਦਾ, ਜਿਵੇਂ ਆਪਾਂ ਪਿੱਛੇ ਕੀਤਾ ਜੋੜ ਦੇ ਸਵਾਲ ਨੂੰ ਗੁਣਾ ਦੇ ਵਿੱਚ ਬਦਲਣਾ, ਇਹ ਉੱਦਾਂ ਦਾ ਹੈ। ਜਿਵੇਂ ਕਿ 1 2 3 4 5, ਇਹ 5 ਵਾਰੀ ਇਹ ਬਿੰਦੂਆਂ ਇੱਥੇ ਆਈਆਂ ਨੇ, ਇੱਥੇ ਵੀ 5 ਵਾਰੀ ਹੈ, ਇੱਥੇ ਵੀ 5 ਵਾਰੀ ਹੈ, ਇੱਥੇ ਵੀ 5 ਵਾਰੀ, ਯਾਨੀ ਕਿ ਅਗਰ ਆਪਾਂ ਗੱਲ ਕਰੀਏ 5 5 5 ਅਤੇ 5, ਹੁਣ ਤੁਸੀਂ ਦੇਖੋ ਆ 5 ਕਿੰਨੀ ਵਾਰੀ ਆਇਆ, 4 ਵਾਰੀ। ਕਿਹੜੀ ਸੰਖਿਆ ਵਾਰ-ਵਾਰ ਆਈ ਹੈ, 5, ਯਾਨੀ ਕਿ 4 5 20। ਇਸੇ ਤਰ੍ਹਾਂ ਹੀ ਇਹਨੂੰ ਹੱਲ ਕਰਨਾ ਹੈ। ਅੱਗੇ ਚੱਲਦੇ ਹਾਂ, ਸਵਾਲ ਨੰਬਰ 7, ਹੇਠਾਂ ਦਿੱਤੇ ਅੰਬਾਂ ਦੇ 2-2 ਦੇ ਸਮੂਹ ਬਣਾਓ ਅਤੇ ਖਾਲੀ ਥਾਵਾਂ ਭਰੋ। ਆਹ ਹੁਣ ਅੰਬ ਦਿੱਤੇ ਗਏ ਹੈ, ਇਹਨਾਂ ਦੇ 2-2 ਦੇ ਸਮੂਹ ਬਣਾਉਣੇ ਆ, ਯਾਨੀ ਕਿ ਜੋੜੇ ਬਣਾਉਣੇ ਆ, 2-2 ਅੰਬਾਂ ਦਾ ਇੱਕ ਜੋੜਾ ਬਣੇਗਾ। ਉਸ ਤੋਂ ਬਾਅਦ ਆਪਾਂ ਦੇਖਣਾ ਆਪਾਂ ਨੂੰ ਕਿੰਨੇ ਜੋੜੇ ਬਣ ਗਏ। ਥੱਲੇ ਦੇਖੋ ਇੱਕ ਆਹ ਡੱਬਾ ਖਾਲੀ ਹੈ,
ਫਿਰ ਭਾਗ ਦਾ ਨਿਸ਼ਾਨ ਹੈ, ਫਿਰ ਆਹ ਡੱਬਾ ਖਾਲੀ ਹੈ, ਬਰਾਬਰ, ਫਿਰ ਡੱਬਾ ਖਾਲੀ। ਯਾਨੀ ਕਿ ਇਹ ਅੰਬਾਂ ਦੇ ਜਿਹੜੇ ਜੋੜੇ ਬਣਨਗੇ ਉਹਨਾਂ ਨੂੰ ਆਪਾਂ ਦੇਖਦੇ ਹੋਏ ਭਾਗ ਦਾ ਸਵਾਲ ਬਣਾਉਣਾ ਹੈ। ਇਹ ਥੋੜ੍ਹਾ ਜਿਹਾ ਹੋਰ ਧਿਆਨ ਨਾਲ ਕਰਨ ਵਾਲਾ ਸਵਾਲ ਹੈ, ਕਿਉਂਕਿ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿੰਨੇ ਜੋੜੇ ਬਣੇ ਨੇ ਅਤੇ ਕਿੰਨੇ ਅੰਬਾਂ ਦੇ ਜੋੜੇ ਬਣੇ ਅਤੇ ਕਿਸ ਨੂੰ ਕਿਸ ਨਾਲ ਭਾਗ ਕਰਨਾ। ਇਹ ਥੋੜ੍ਹਾ ਜਿਹਾ ਧਿਆਨ ਨਾਲ ਕਰਨ ਵਾਲਾ। ਇੱਥੇ ਮੈਂ ਤਾਂ ਨਹੀਂ ਕਰਾ ਸਕਦਾ ਕਿਉਂਕਿ ਸਵਾਲ ਇੱਕੋ ਹੀ ਦਿੱਤਾ ਗਿਆ, ਇਸ ਲਈ ਤੁਸੀਂ ਇਹਨੂੰ ਧਿਆਨ ਨਾਲ ਕਰਨ ਦੀ ਕੋਸ਼ਿਸ਼ ਕਰੋ। ਜੇ ਨਹੀਂ ਸਮਝ ਆਉਂਦਾ ਤਾਂ ਇੱਕ ਦੂਜੇ ਦੀ ਮਦਦ ਲੈ ਸਕਦੇ ਹੋ। ਜੇ ਫਿਰ ਵੀ ਨਹੀਂ ਸਮਝ ਆਉਂਦਾ ਤਾਂ ਮੈਨੂੰ ਫ਼ੋਨ ਕਰਕੇ ਪੁੱਛ ਸਕਦੇ ਹੋ। ਅੱਗੇ ਚੱਲਦੇ ਹਾਂ ਜੀ ਆਪਾਂ ਸਵਾਲ ਨੰਬਰ 8, ਗੁਣਾ ਕਰੋ। ਆਹ ਸਿੱਧੀ ਸਿੱਧੀ ਸਿੰਪਲ ਗੁਣਾ ਦਿੱਤੀ ਗਈ ਹੈ, ਧਿਆਨ ਨਾਲ ਕਰਨੀ ਹੈ। ਜਿੱਥੇ ਹਾਸਲ ਦੇਣਾ ਹੈ ਉੱਥੇ ਹਾਸਲ ਅੱਗੇ ਦੇਣਾ ਹੈ, ਜਿੱਥੇ ਨਹੀਂ ਲੋੜ ਉੱਥੇ ਰਹਿਣ ਦੇਣਾ। ਭਾਗ ਦਾ ਸਵਾਲ ਆ ਗਿਆ, 9 ਨੰਬਰ ਸਵਾਲ ਹੈ, ਭਾਗ ਕਰੋ। 78 ਨੂੰ 4 ਨਾਲ ਭਾਗ ਕਰਨੀ ਹੈ, 70 ਨੂੰ 5 ਨਾਲ ਭਾਗ ਕਰਨੀ। ਹਾਂਜੀ, ਅੱਗੇ ਹੈ ਸਵਾਲ ਨੰਬਰ 10 ਹੈ, ਨਮੂਨਾ ਦੇਖੋ ਅਤੇ ਖਾਲੀ ਥਾਵਾਂ ਭਰੋ। ਮਤਲਬ ਆ ਇੱਕ ਡੱਬਾ ਦਿੱਤਾ ਗਿਆ, ਉਹਦੇ ਵਿੱਚ ਆਹ ਸੰਖਿਆਵਾਂ ਦਿੱਤੀਆਂ ਗਈਆਂ ਅਤੇ ਇੱਕ ਪਾਸਾ ਖਾਲੀ ਛੱਡਿਆ ਗਿਆ। ਇਹ ਆਪਾਂ ਦੇਖਣਾ ਕਿੱਦਾਂ ਕੀਤਾ ਗਿਆ। 25 ਜੋੜ ਦਾ ਨਿਸ਼ਾਨ 25, ਯਾਨੀ ਕਿ 25 ਦੇ ਵਿੱਚ ਅਗਰ ਆਪਾਂ 25 ਜੋੜਦੇ ਹਾਂ ਤਾਂ ਜਿਹੜੀ ਸੰਖਿਆ ਬਣਦੀ ਹੈ ਉਹ ਬਣਦੀ ਹੈ 50। ਹੁਣ ਆਪਾਂ ਇਹ ਦੇਖਣਾ 49 ਦੇ ਵਿੱਚ ਅਗਰ 25 ਜੋੜਾਂਗੇ ਤਾਂ ਜੋ ਸੰਖਿਆ ਆਏਗੀ ਉਹ ਇੱਥੇ ਭਰ ਦੇਣੀ। ਇੱਦਾਂ ਹੀ ਅੱਗੇ ਚੱਲਦੇ ਹਾਂ। ਦੂਸਰੇ ਡੱਬੇ 'ਚ ਵੀ ਹੈ 5 ਗੁਣਾ 6। 5 ਨੂੰ ਅਗਰ 6 ਨਾਲ ਗੁਣਾ ਕਰੀਏ ਜਿੰਨਾ ਆਉਂਦਾ ਇੱਥੇ ਭਰ ਦੇਣਾ। ਇੱਦਾਂ ਹੀ ਇਹਨੂੰ ਕਰਨਾ ਹੈ। ਉਸ ਤੋਂ ਬਾਅਦ ਹੈ 9 ਸੰਖਿਆ ਦਿੱਤੀ ਗਈ ਹੈ, ਭਾਗ ਦਾ ਨਿਸ਼ਾਨ ਹੈ 72, 63। ਇਹ ਆਪਾਂ ਭਾਗ ਦਾ ਸਵਾਲ ਹੈ, ਇੱਥੇ ਜੋ ਸੰਖਿਆ ਇਹ ਲਿਖ ਦੇਣੀ ਹੈ। 72 ਨੂੰ 9 ਨਾਲ ਭਾਗ ਕਰਾਂਗੇ ਤਾਂ ਜੋ ਆਏਗਾ ਇੱਥੇ ਲਿਖ ਦੇਣਾ। 63 ਨੂੰ 9 ਨਾਲ ਭਾਗ ਕਰਾਂਗੇ ਜੋ ਆਏਗਾ ਉਹ ਇੱਥੇ ਲਿਖ ਦੇਣਾ। ਇੱਦਾਂ ਦੇ ਸਵਾਲ ਬੇਟਾ ਤੁਸੀਂ ਥੋੜ੍ਹੇ ਜਿਹੇ ਧਿਆਨ ਨਾਲ ਕਰਨੇ ਆ, ਚੰਗੀ ਤਰ੍ਹਾਂ ਸਮਝ ਕੇ, ਕਿਉਂਕਿ ਇਹਦੇ 4 ਚੁਫੇਰੇ ਜੋ ਵੀ ਸੰਖਿਆਵਾਂ ਦਿੱਤੀਆਂ ਹੁੰਦੀਆਂ ਨੇ, ਇੱਕ ਸੰਖਿਆ ਵਿੱਚ ਦਿੱਤੀ ਹੁੰਦੀ ਹੈ, ਇਹਨੂੰ ਥੋੜ੍ਹਾ ਧਿਆਨ ਨਾਲ ਕਰਨਾ ਹੁੰਦਾ। ਅੱਗੇ ਆਪਾਂ ਚੱਲਦੇ ਹਾਂ ਵਰਕਸ਼ੀਟ ਨੰਬਰ 17, ਸਵਾਲ ਨੰਬਰ 1, ਹੇਠਾਂ ਦਿਖਾਏ ਬੰਡਲ ਤੀਲੀ ਅਨੁਸਾਰ ਸੰਖਿਆਵਾਂ ਲਿਖੋ। ਇਹ ਬੜੀ ਵਾਰ ਆ ਚੁੱਕਿਆ ਇਹ ਸਵਾਲ, ਇਹਨੂੰ ਦੁਬਾਰਾ ਤੋਂ ਮੇਰੇ ਹਿਸਾਬ ਨਾਲ ਜ਼ਿਆਦਾ ਬਰੀਕੀ 'ਚ ਦੱਸਣ ਦੀ ਲੋੜ ਨਹੀਂ ਹੈ। ਉਵੇਂ ਹੀ ਸੰਖਿਆਵਾਂ ਬਣਾਉਣੀਆਂ ਨੇ ਅਤੇ ਲਿਖ ਦੇਣੀਆਂ ਨੇ। ਇਕਾਈਆਂ ਦਹਾਈਆਂ ਵਾਲੇ ਸਵਾਲ ਹੈ ਅਤੇ ਧਿਆਨ ਨਾਲ ਕਰਨਾ। ਅੱਗੇ ਸਵਾਲ ਨੰਬਰ 2, ਸੰਖਿਆਵਾਂ ਪਛਾਣੋ। ਆਹ ਸੰਖਿਆਵਾਂ ਦਿੱਤੀਆਂ ਗਈਆਂ, ਇਹ ਤੁਸੀਂ ਦੇਖਣਾ ਹੈ। ਇਹ ਅੰਕਾਂ 'ਚ ਦਿੱਤੀਆਂ ਗਈਆਂ ਨੇ ਅਤੇ ਤੁਸੀਂ ਇਹਨਾਂ ਨੂੰ ਸ਼ਬਦਾਂ 'ਚ ਲਿਖ ਦੇਣਾ ਜੋ ਵੀ ਹੋਵੇ। ਸਹੀ ਗਲਤ ਪੰਜਾਬੀ ਜਿੱਦਾਂ ਲਿਖਣੀ ਆਈ ਤੁਹਾਨੂੰ ਲਿਖਣਾ ਹੈ, ਕਿਉਂਕਿ ਜਦੋਂ ਬਾਅਦ ਵਿੱਚ ਤੁਹਾਡੇ ਕੋਲ ਸੁਣਿਆ ਜਾਏਗਾ ਉਦੋਂ ਤੁਸੀਂ ਬੋਲਦੇ ਸਹੀ ਹੋਣੇ ਚਾਹੀਦੇ ਹੋ। ਬਾਕੀ ਪੰਜਾਬੀ ਦੇ ਜਿਹੜੇ ਸ਼ਬਦ ਹੈ ਉਹ ਸਹੀ ਲਿਖ ਲਓ ਤਾਂ ਬਹੁਤ ਅੱਛਾ। ਅੱਗੇ ਚੱਲਦੇ ਹਾਂ ਜੀ, ਸਵਾਲ ਨੰਬਰ 3, ਚਿੱਤਰ ਅਨੁਸਾਰ ਇਕਾਈਆਂ ਦਹਾਈਆਂ ਲਿਖੋ। ਫਿਰ ਇਕਾਈਆਂ ਦਹਾਈਆਂ ਵਾਲਾ ਸਵਾਲ ਆ ਗਿਆ, ਜਿੰਨੀਆਂ ਦਹਾਈਆਂ ਹੁਣ ਇੱਥੇ ਲਿਖ ਦੇਣੀਆਂ, ਜਿੰਨੀਆਂ ਇਕਾਈਆਂ ਹੁਣ ਇੱਥੇ ਲਿਖ ਦੇਣੀਆਂ। ਇੱਦਾਂ ਹੀ ਇਹਨਾਂ ਨੂੰ ਕਰਨਾ। ਅੱਗੇ ਚੱਲਦੇ ਹਾਂ ਜੀ, ਸਵਾਲ ਨੰਬਰ 4, ਚਿੱਤਰ ਅਨੁਸਾਰ ਸਹੀ ਸੰਖਿਆ 'ਤੇ ਚੱਕਰ ਲਗਾਓ। ਇਹ ਉਸੇ ਤਰ੍ਹਾਂ ਹੀ ਡੱਬੀਆਂ ਬਣਾਈਆਂ ਗਈਆਂ ਨੇ, ਤੁਸੀਂ ਦੇਖਣਾ ਇੱਕ ਲਾਈਨ 'ਚ ਕਿੰਨੀਆਂ ਡੱਬੀਆਂ ਨੇ ਉੱਦਾਂ ਬਣਾ ਕੇ। ਇਹ ਵੀ ਇਕਾਈਆਂ ਦਹਾਈਆਂ ਦਾ ਸਵਾਲ ਹੈ। ਜੋ ਸੰਖਿਆ ਬਣੇ, ਜਿਹੜੀ ਸੰਖਿਆ ਇੱਥੇ ਬਣਦੀ ਹੈ ਉਹ ਦੇਖ ਲੈਣੀ ਇਹਨਾਂ ਦੇ ਵਿੱਚ ਹੈਗੀ ਹੈ ਤਾਂ ਉਹਦੇ 'ਤੇ ਗੋਲ ਚੱਕਰ ਲਗਾ ਦੇਣਾ। ਇੱਦਾਂ ਹੀ ਆ ਹੈ, ਇੱਦਾਂ ਹੀ ਆ ਹੈ। ਅੱਗੇ ਚੱਲਦੇ ਹਾਂ ਜੀ, ਸਵਾਲ ਨੰਬਰ 5, ਮਿਲਾਨ ਕਰੋ। ਅੰਕਾਂ ਵਿੱਚ ਆਹ ਅੰਕ ਲਿਖੇ ਹੈ, ਅੱਗੇ ਹੈ ਸ਼ਬਦਾਂ ਵਿੱਚ ਆਹ ਸਾਰੇ ਸ਼ਬਦ ਲਿਖੇ ਹੈ। ਤੁਸੀਂ ਮਿਲਾਨ ਕਰਨਾ ਹੈ ਕਿ ਅੰਕਾਂ ਦੀ ਜਿਹੜੀ ਆਹ ਸੰਖਿਆ ਹੈ ਇਹ ਇਹਨਾਂ ਦੇ ਵਿੱਚੋਂ ਕਿਹਦੇ ਨਾਲ ਮੇਲ ਕਰਦੀ ਹੈ, ਇਹਨਾਂ 'ਚ ਕਿੱਥੇ ਲਿਖਿਆ ਉਹਨਾਂ ਨੂੰ ਮਿਲਾਨ ਕਰਨਾ। ਇੱਦਾਂ ਹੀ ਆ, ਇੱਦਾਂ ਹੀ ਆ, ਇੱਦਾਂ ਹੀ ਆ। ਅੱਗੇ ਚੱਲਦੇ ਹਾਂ ਆਪਾਂ ਵਰਕਸ਼ੀਟ ਨੰਬਰ 17, ਪੇਜ ਨੰਬਰ 34, ਸਵਾਲ ਨੰਬਰ 6, ਬਿਲਕੁਲ ਪਹਿਲਾਂ ਬਿਲਕੁਲ ਬਾਅਦ ਵਿਚਕਾਰਲੀ ਸੰਖਿਆ ਲਿਖੋ। ਆਹ ਸੰਖਿਆ ਦਿੱਤੀ ਗਈ ਹੈ, ਇਸ ਤੋਂ ਪਹਿਲਾਂ ਅਤੇ ਬਾਅਦ ਵਾਲੀ ਸੰਖਿਆ। ਆਹ ਸੰਖਿਆ ਦਿੱਤੀ ਗਈ ਹੈ, ਆਹ ਸੰਖਿਆ ਦਿੱਤੀ ਗਈ ਹੈ, ਇਹਨਾਂ ਦੇ ਵਿੱਚ ਵਾਲੀ ਸੰਖਿਆ। ਇੱਦਾਂ ਹੀ ਇਹਨਾਂ ਨੂੰ ਕਰਨਾ।
ਸਮਝ ਗਏ ਵੀ ਇੱਥੇ ਕਿਹੜੀ ਸੰਖਿਆ ਲਿਖਣੀ ਹੈ, ਫਿਰ ਇਹਨੂੰ ਸਮਝ ਗਏ ਕਿ ਇੱਥੇ ਕਿਹੜੀ ਲਿਖਣੀ ਹੈ। ਸਵਾਲ ਨੰਬਰ 7, ਵੱਡੀ ਸੰਖਿਆ 'ਤੇ ਚੱਕਰ ਲਗਾਓ। ਇਹਨਾਂ ਦੋਵਾਂ ਦੇ ਵਿੱਚ ਦੇਖਣਾ ਜਿਹੜੀ ਵੱਡੀ ਉਹਦੇ 'ਤੇ ਚੱਕਰ ਲਗਾ ਦੇਣਾ, ਫਿਰ ਇਹਨਾਂ ਦੋਵਾਂ 'ਚ ਦੇਖਣਾ, ਫਿਰ ਜਿਹੜੀ ਵੱਡੀ ਹੋਵੇ ਉਹਦੇ 'ਤੇ ਚੱਕਰ ਲਗਾ ਦੇਣਾ। ਇਸੇ ਤਰ੍ਹਾਂ ਹੀ ਇਹਨਾਂ ਨੂੰ ਦੇਖ ਕੇ ਜਿਹੜੀਆਂ ਸੰਖਿਆਵਾਂ ਇਹਨਾਂ 'ਚੋਂ ਵੱਡੀਆਂ ਉਹਨਾਂ 'ਤੇ ਚੱਕਰ ਲਗਾਉਣਾ। ਚੱਕਰ ਯਾਨੀ ਗੋਲਾ। ਅੱਗੇ ਸਵਾਲ ਨੰਬਰ 8, ਵੱਧਦੇ ਕ੍ਰਮ ਵਿੱਚ ਲਿਖੋ। ਆਹ ਅੰਕ ਹੀ ਕਹਿ ਲਓ ਜਾਂ ਸੰਖਿਆਵਾਂ ਦਿੱਤੀਆਂ ਗਈਆਂ ਨੇ, ਇਹਨਾਂ ਨੂੰ ਵੱਧਦੇ ਕ੍ਰਮ ਵਿੱਚ ਇੱਥੇ ਲਿਖਣਾ ਤੁਸੀਂ। ਯਾਨੀ ਕਿ ਵੱਧਦੇ ਕ੍ਰਮ ਮਤਲਬ ਪਹਿਲਾਂ ਛੋਟੀ ਸੰਖਿਆ, ਫਿਰ ਵੱਡੀ ਸੰਖਿਆ, ਫਿਰ ਵੱਡੀ ਸੰਖਿਆ, ਫਿਰ ਸਭ ਤੋਂ ਵੱਡੀ ਸੰਖਿਆ। ਇਹਨੂੰ ਇੱਦਾਂ ਲਿਖਣਾ। ਇਹ ਵੀ ਉਸ ਤੋਂ ਬਾਅਦ ਸਾਰੇ ਇੱਦਾਂ ਹੀ ਕਰਨੇ ਆ। ਸਵਾਲ ਨੰਬਰ 9, ਆਕ੍ਰਿਤੀਆਂ ਨੂੰ ਬਰਾਬਰ ਬਰਾਬਰ ਭਾਗਾਂ ਵਿੱਚ ਵੰਡੋ। ਆਹ ਤੁਹਾਨੂੰ 3 ਆਕ੍ਰਿਤੀਆਂ ਦਿੱਤੀਆਂ ਗਈਆਂ ਨੇ, ਇਹਨਾਂ ਨੂੰ ਤੁਸੀਂ ਐਸੇ ਹਿਸਾਬ ਨਾਲ ਵੰਡਣਾ ਹੈ ਕਿ ਸਾਰੇ ਭਾਗ ਬਰਾਬਰ ਬਰਾਬਰ ਹੋ ਜਾਣ। ਆਕ੍ਰਿਤੀ ਦਿੱਤੀ ਗਈ ਹੈ, ਇਹਨਾਂ ਨੂੰ ਤੁਸੀਂ ਭਾਗਾਂ 'ਚ ਵੰਡਣਾ ਹੈ, ਅਤੇ ਕਿਹੜੀ ਆਕ੍ਰਿਤੀ ਨੂੰ ਕਿੰਨੇ ਭਾਗਾਂ 'ਚ ਵੰਡਣਾ ਉਹ ਥੱਲੇ ਲਿਖਿਆ ਹੋਇਆ। ਆਹ ਆਕ੍ਰਿਤੀ ਹੈ ਚੱਕਰ ਦੀ, ਸਰਕਲ ਦੀ ਆਕ੍ਰਿਤੀ ਹੈ, ਇਹਨੂੰ ਤੁਸੀਂ 4 ਭਾਗਾਂ 'ਚ ਵੰਡਣਾ ਹੈ, ਬਰਾਬਰ ਬਰਾਬਰ ਹੈ। ਤੁਸੀਂ ਦੇਖੋ ਇਹਨੂੰ 4 ਭਾਗਾਂ 'ਚ ਕਿਵੇਂ ਵੰਡਿਆ ਜਾ ਸਕਦਾ। ਉਸ ਤੋਂ ਬਾਅਦ ਆਹ ਆਕ੍ਰਿਤੀ ਦਿੱਤੀ ਗਈ ਹੈ, ਇਹਨੂੰ 2 ਭਾਗਾਂ 'ਚ ਵੰਡਣਾ ਹੈ। ਉਸ ਤੋਂ ਬਾਅਦ ਆਹ ਆਕ੍ਰਿਤੀ ਦਿੱਤੀ ਗਈ ਹੈ, ਇਹਨੂੰ 6 ਭਾਗਾਂ 'ਚ ਵੰਡਣਾ ਬਰਾਬਰ ਬਰਾਬਰ। ਉਸ ਤੋਂ ਬਾਅਦ ਆ ਗਿਆ ਜੀ ਸਵਾਲ ਨੰਬਰ 10, ਬੋਲ ਲਿਖਤ ਟੋਕਵੀਂ ਗਿਣਤੀ। ਇੱਥੇ ਮੈਂ ਹੁਣ ਟੋਕਵੀਂ ਗਿਣਤੀ ਬੋਲਾਂਗਾ, ਤੁਸੀਂ ਉਸ ਹਿਸਾਬ ਨਾਲ ਇੱਥੇ ਲਿਖ ਦੇਣੀ ਵੀਡੀਓ ਨੂੰ ਦੇਖ ਕੇ। 97, 99, 79, 77, 55, 59, 39, 64, 72, 81। ਇੱਦਾਂ ਤੁਸੀਂ ਢੋਕਵੀਂ ਗਿਣਤੀ ਲਿਖਣੀ ਹੈ। ਹੁਣ ਆਪਾਂ ਚੱਲਾਂਗੇ ਵਰਕਸ਼ੀਟ 18, ਪੇਜ ਨੰਬਰ 35। ਸਵਾਲ ਨੰਬਰ 1 ਹੈ, ਸਥਾਨਕ ਮੁੱਲ ਲਿਖੋ। ਇਹ ਜਿਹੜਾ ਸਵਾਲ ਹੈ ਸਥਾਨਕ ਮੁੱਲ ਦਾ ਸਵਾਲ ਹੈ। ਆਹ ਸੰਖਿਆ ਦਿੱਤੀ ਹੋਈ ਆਪਾਂ ਨੂੰ 87, ਠੀਕ ਹੈ। ਇਹਦੇ 'ਚ ਗੋਲ ਚੱਕਰ ਲਗਾਇਆ 7 ਦੇ ਉੱਪਰ, ਯਾਨੀ ਕਿ 7 ਦਾ ਸਥਾਨਕ ਮੁੱਲ ਆਪਾਂ ਇੱਥੇ ਲਿਖਣਾ। ਇੱਦਾਂ ਹੀ ਆ, ਇਹ ਚਾਰੇ ਸਵਾਲ ਇੱਕੋ ਵਰਗੇ ਹੈ, ਤੁਸੀਂ ਇਹਨੂੰ ਧਿਆਨ ਨਾਲ ਕਰਨਾ। ਅੱਗੇ ਸਵਾਲ ਨੰਬਰ 2, ਸਮਝੋ ਅਤੇ ਖਾਲੀ ਡੱਬੇ ਭਰੋ। ਆਹ ਸੰਖਿਆ ਦਿੱਤੀ ਹੋਈਆਂ, ਆਹ ਸੰਖਿਆ ਦਿੱਤੀ, ਜੋੜ ਦਾ ਨਿਸ਼ਾਨ ਖਾਲੀ ਥਾਂ ਹੈ, ਬਰਾਬਰ ਆਹ ਸੰਖਿਆ ਦਿੱਤੀ ਗਈ ਹੈ। ਇਹ ਤੁਸੀਂ ਦੇਖਣਾ ਆ ਜਿਹੜੀ ਸੰਖਿਆ ਆਈ ਹੈ ਇਹ ਕਿਸ ਤਰ੍ਹਾਂ ਆਈ ਹੈ। ਇਸ ਸੰਖਿਆ ਦੇ ਵਿੱਚ ਆਪਾਂ ਕੀ ਕੀਤਾ ਕਿ ਆਹ ਸੰਖਿਆ ਕਿੰਨਾ ਜੋੜਿਆ। ਅਗਰ ਆਪਾਂ ਗੱਲ ਕਰੀਏ ਤਾਂ ਸਵਾਲ ਦੇ ਵਿੱਚ ਆ ਜੋੜ ਦਾ ਨਿਸ਼ਾਨ ਲਾਇਆ ਹੋਇਆ, ਉਹ ਇਸ ਸੰਖਿਆ ਦੇ ਵਿੱਚ ਆਪਾਂ ਕਿੰਨਾ ਜੋੜਿਆ ਕਿ ਆਹ ਸੰਖਿਆ ਆਪਾਂ ਨੂੰ ਪ੍ਰਾਪਤ ਹੋ ਗਈ ਹੈ। ਇਸੇ ਤਰ੍ਹਾਂ ਹੀ ਆਹ ਸਵਾਲ ਕਰਨੇ ਆ, ਇਹਨਾਂ ਦੋਵਾਂ ਨੂੰ ਦੇਖਣਾ ਅਤੇ ਇੱਥੇ ਲਿਖਣਾ ਵੀ ਕਿੰਨੀ ਸੰਖਿਆ ਆਏਗੀ। ਇਸੇ ਤਰ੍ਹਾਂ ਹੀ ਆਹ ਸੰਖਿਆ ਲਿਖੀ ਹੈ, ਜੋੜ ਦਾ ਨਿਸ਼ਾਨ ਹੈ, ਖਾਲੀ ਥਾਂ ਹੈ, ਬਰਾਬਰ ਆਹ ਸੰਖਿਆ ਲਿਖੀ ਹੈ। ਆਹ ਜਿਹੜੀ ਸੰਖਿਆ ਪ੍ਰਾਪਤ ਹੋਈ ਹੈ ਆਪਾਂ ਨੂੰ, ਆਪਾਂ ਇਹ ਦੇਖਣਾ ਇਹਦੇ ਵਿੱਚ ਆਪਾਂ ਕਿੰਨਾ ਜੋੜਿਆ ਕਿ ਆਹ ਸੰਖਿਆ ਆਪਾਂ ਨੂੰ ਪ੍ਰਾਪਤ ਹੋ ਗਈ। ਇਸੇ ਤਰ੍ਹਾਂ ਦਾ ਹੀ ਆਹ ਸਵਾਲ ਹੈ, ਧਿਆਨ ਨਾਲ ਕਰਨ ਵਾਲੇ ਸਵਾਲ ਹੈ, ਜਲਦਬਾਜ਼ੀ ਨਹੀਂ ਕਰਨੀ, ਧਿਆਨ ਨਾਲ ਕਰਨੇ। ਸਵਾਲ ਨੰਬਰ 3, ਹੱਲ ਕਰੋ। ਇਹ ਸਿੱਧੇ ਸਿੱਧੇ ਸਵਾਲ ਹੈ, ਜੋੜ ਦੇ ਨਿਸ਼ਾਨ ਹੈ, ਜੋੜ ਦੇ ਸਵਾਲ ਹੈ। ਆਹ ਘਟਾਓ ਦੇ, ਆਹ 2 ਜੋੜ ਦੇ, ਆਹ 2 ਘਟਾਓ ਦੇ ਸਵਾਲ ਨੇ, ਧਿਆਨ ਨਾਲ ਕਰਨੇ। ਇਹ ਰਕਮ ਬਣਾਈ ਨਹੀਂ ਹੋਈ, ਬਣਾਉਣੀ ਪੈਣੀ ਤੁਹਾਨੂੰ, ਧਿਆਨ ਨਾਲ ਬਣਾਇਓ। ਦੱਸਿਆ ਹੋਇਆ ਤੁਹਾਨੂੰ ਇਕਾਈ ਅੰਕ ਥੱਲੇ ਇਕਾਈ ਅੰਕ ਆਵੇ, ਦਹਾਈ ਅੰਕ ਥੱਲੇ ਦਹਾਈ ਵਾਲਾ ਅੰਕ ਆਵੇ। ਅੱਗੇ ਚੱਲਦੇ ਹਾਂ ਜੀ। ਸਵਾਲ ਨੰਬਰ 4, ਚਿੰਨ੍ਹ ਲਗਾਓ। ਆਹ 4 ਤਰ੍ਹਾਂ ਦੇ ਚਿੰਨ੍ਹ ਹੈ, ਜੋੜ, ਘਟਾਓ, ਗੁਣਾ, ਭਾਗ। ਆਪਾਂ ਇਹ ਦੇਖਣਾ ਹੈ ਕਿ ਇਹਨਾਂ ਖਾਲੀ ਥਾਵਾਂ ਦੇ ਵਿੱਚ ਕਿਹੜੇ ਕਿਹੜੇ ਚਿੰਨ੍ਹ ਆਉਣੇ।
ਪਹਿਲਾਂ ਇੱਕ ਥੋੜ੍ਹਾ ਜਿਹਾ ਦੱਸ ਦੇਣਾ, ਇੱਥੇ 41 ਲਿਖਿਆ ਹੈ, ਇੱਥੇ ਖਾਲੀ ਥਾਂ ਹੈ, 0 ਹੈ, ਬਰਾਬਰ ਫਿਰ 41 ਹੈ। ਇੱਥੇ ਤੁਸੀਂ ਇਹ ਦੇਖਣਾ ਵੀ ਆਹ ਜਿਹੜੀ ਸੰਖਿਆ 41 ਇੱਥੇ ਆਉਂਦੀ ਪਈ ਹੈ, ਇਹ ਕਿਵੇਂ ਆਈ? ਕੀ 41 ਦੇ ਵਿੱਚ 0 ਨੂੰ ਜੋੜਿਆ ਹੈ, ਘਟਾਓ ਕੀਤਾ, ਗੁਣਾ ਕੀਤੀ ਕਿ ਭਾਗ ਕੀਤੀ ਹੈ? ਇਹ 41 ਸੰਖਿਆ ਆਪਾਂ ਨੂੰ ਕਿਵੇਂ ਆਈ ਉਹ ਦੇਖਣਾ। ਇਸੇ ਤਰ੍ਹਾਂ ਹੀ ਆ ਸਾਰੇ ਸਵਾਲ ਕਰਨੇ ਆ ਤੁਸੀਂ। ਅੱਗੇ ਚੱਲਦੇ ਹਾਂ। ਸਵਾਲ ਨੰਬਰ 5, ਸ਼ਾਬਦਿਕ ਸਵਾਲ। ਤਾਂ ਪਹਿਲਾ ਸਵਾਲ ਹੈ ਜੀ, 2 ਅੰਕਾਂ ਦੀ ਵੱਡੀ ਤੋਂ ਵੱਡੀ ਅਤੇ ਛੋਟੀ ਤੋਂ ਛੋਟੀ ਸੰਖਿਆ ਦਾ ਅੰਤਰ ਪਤਾ ਕਰੋ। ਮਤਲਬ ਕਹਿਣ ਦਾ, ਪਹਿਲੇ ਆਪਾਂ 2 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਬਣਾਉਣੀ ਹੈ ਅਤੇ ਛੋਟੀ ਤੋਂ ਛੋਟੀ, ਪਹਿਲਾਂ 2 ਅੰਕਾਂ ਦੀ ਵੱਡੀ ਤੋਂ ਵੱਡੀ ਬਣਾਉਣੀ ਹੈ, ਫਿਰ ਛੋਟੀ ਤੋਂ ਛੋਟੀ ਬਣਾਉਣੀ। ਇਹਨਾਂ ਸੰਖਿਆਵਾਂ ਨੂੰ ਬਣਾਉਣ ਤੋਂ ਬਾਅਦ ਆਪਾਂ ਇਹ ਦੇਖਣਾ ਹੈ ਦੋਵੇਂ ਸੰਖਿਆਵਾਂ ਦਾ ਕਿੰਨਾ ਅੰਤਰ ਆਉਂਦਾ ਹੈ। ਠੀਕ ਹੈ ਜੀ, ਧਿਆਨ ਨਾਲ ਸੁਣ ਕੇ ਕਰਿਓ, ਸਮਝ ਕੇ ਅਤੇ ਪੜ੍ਹ ਕੇ ਸਮਝ ਕੇ ਸਵਾਲ ਨੂੰ ਕਰਨਾ ਹੈ। ਐੜਾ 35 ਅਤੇ 23 ਦਾ ਜੋੜਫਲ ਕਿੰਨਾ ਹੋਵੇਗਾ? 35 ਅਤੇ 23 ਦਾ ਜੋੜਫਲ, ਜੋੜਫਲ ਦਾ ਮਤਲਬ ਜੋੜ ਕਿੰਨਾ ਹੋਵੇਗਾ? ਇਹ ਅੱਗੇ 4 ਉੱਤਰ 4 ਆਨਸਰ ਦਿੱਤੇ ਗਏ ਨੇ, ਇਹਨਾਂ 'ਚ ਕੋਈ ਇੱਕ ਜਵਾਬ ਹੈ ਜਿਹੜਾ ਸਹੀ ਹੈ। ਉਹ ਆਪਾਂ ਜਿਹੜਾ ਸਹੀ ਹੋਵੇ ਉਹਦੇ ਉੱਪਰ ਆਪਾਂ ਸਹੀ ਦਾ ਨਿਸ਼ਾਨ ਲਗਾ ਦੇਣਾ। ਸਹੀ ਦਾ ਮਤਲਬ ਇੱਦਾਂ ਦਾ। ਠੀਕ ਹੈ ਜੀ, ਪਹਿਲਾ ਹੈਗਾ 30 ਤੋਂ ਘੱਟ 23 ਦੇ ਬਰਾਬਰ, ਕੀ ਇਹਨਾਂ ਦੋਵਾਂ ਦਾ ਜੋੜਫਲ ਹੈ ਜਿਹੜਾ ਉਹ 30 ਤੋਂ ਘੱਟ ਹੋਵੇਗਾ, ਜਾਂ 23 ਦੇ ਬਰਾਬਰ ਹੋਵੇਗਾ, ਜਾਂ 60 ਤੋਂ ਵੱਧ ਹੋਵੇਗਾ, ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਇਹ ਆਪਾਂ ਧਿਆਨ ਨਾਲ ਕਰਕੇ ਹੱਲ ਕਰਨਾ। ਅੱਗੇ ਆਪਾਂ ਚੱਲਦੇ ਹਾਂ। ਵਰਕਸ਼ੀਟ 18 ਹੀ ਹੈ ਅਤੇ ਪੇਜ ਨੰਬਰ 36। 6ਵਾਂ ਸਵਾਲ ਹੈ, 10 ਦੀ ਛਾਲ ਮਾਰਦੇ ਹੋਏ ਗਿਣਤੀ ਪਤਾ ਕਰੋ। ਯਾਨੀ ਕਿ ਆਪਾਂ 10 ਅੱਗੇ ਵਧਾਉਣੇ। ਆਹ 16 ਤੋਂ 10 ਅੱਗੇ ਵਧਾਉਣੇ। ਅਤੇ ਜੇ ਤਾਂ ਆਪਾਂ ਨੂੰ 10 ਦੇ ਅੰਤਰਾਲ ਦੀ, ਅਗਰ ਇਹ ਵੈਸੇ ਹੈਗੀ 10 ਦੇ ਅੰਤਰਾਲ ਦੀ ਗਿਣਤੀ, ਜੇ ਤਾਂ ਆਪਾਂ ਸਿੱਧਾ ਕਰ ਸਕਦੇ ਹਾਂ ਤਾਂ ਬਹੁਤ ਵਧੀਆ। 10 ਤੋਂ 16 ਤੋਂ ਅਗਰ ਆਪਾਂ 10 ਦੀ ਛਾਲ ਮਾਰੀਏ ਤਾਂ ਇੱਥੇ ਆਉਂਦਾ 26। 26 ਦੇ ਵਿੱਚ 10 ਦੀ ਛਾਲ ਮਾਰੀਏ ਤਾਂ ਆਉਂਦਾ 36। ਇੱਦਾਂ ਹੀ ਅਗਰ 36 ਦੇ ਵਿੱਚ ਫਿਰ 10 ਦੀ ਛਾਲ ਮਾਰੀਏ, ਯਾਨੀ ਕਿ 36 ਤੋਂ 10 ਅਗਾਂਹ ਵਧਾਈਏ ਤਾਂ ਇੱਥੇ ਆਊਗਾ 46। ਇਹ 10 ਦੇ ਅੰਤਰਾਲ ਦੇ ਵਿੱਚ ਆਪਾਂ ਲਿਖ ਰਹੇ ਹਾਂ। ਜੇ ਇੱਦਾਂ ਤੁਹਾਨੂੰ ਨਹੀਂ ਆਉਂਦਾ ਤਾਂ ਇੱਕ ਤਰੀਕਾ ਹੋਰ ਵੀ ਹੈ, 10 ਦੀ ਛਾਲ ਮਾਰਨੀ ਹੈ। ਇੱਥੇ 16 ਲਿਖਿਆ, 16 ਦੇ ਵਿੱਚ 10 ਜੋੜ ਦਿਓ ਤਾਂ ਆ ਜਾਏਗਾ 26। 26 ਦੇ ਵਿੱਚ ਫਿਰ ਆਪਾਂ 10 ਜੋੜਾਂਗੇ ਤਾਂ ਆ ਜਾਏਗਾ 36। 36 ਦੇ ਵਿੱਚ ਫਿਰ 10 ਜੋੜਾਂਗੇ ਤਾਂ ਆ ਜਾਏਗਾ 46। 46 ਦੇ ਵਿੱਚ 10 ਜੋੜਾਂਗੇ ਤਾਂ ਆ ਜਾਏਗਾ 56। ਤੁਸੀਂ ਇੱਦਾਂ ਹੀ ਜੋੜ ਕਰਕੇ ਵੀ ਕਰ ਸਕਦੇ ਹੋ, ਜੇ ਸਿੱਧਾ ਕਰ ਸਕਦੇ ਹੋ ਤਾਂ ਬਹੁਤ ਵਧੀਆ। ਇਸੇ ਤਰ੍ਹਾਂ 10 ਦੀ ਛਾਲ ਮਾਰ ਕੇ ਬਾਕੀ ਸਵਾਲ ਵੀ ਆਪਾਂ ਕਰਨੇ। ਸਵਾਲ ਨੰਬਰ 7, ਦਿੱਤੇ ਹੋਏ 2 ਅੰਕਾਂ ਨਾਲ 2 ਅੰਕੀ ਸੰਖਿਆਵਾਂ ਬਣਾਓ। ਦਿੱਤੇ ਹੋਏ 2 ਅੰਕਾਂ ਨਾਲ 2 ਅੰਕੀ ਸੰਖਿਆਵਾਂ ਬਣਾਓ। ਆਹ 2 ਅੰਕ ਦਿੱਤੇ ਗਏ ਨੇ, 8 ਅਤੇ 1। ਇਹਨਾਂ ਦੀ 2 ਸੰਖਿਆਵਾਂ ਬਣਾਉਣੀਆਂ ਨੇ। ਜਿਵੇਂ ਕਿ ਪਹਿਲਾ ਸਵਾਲ ਆਪਾਂ ਕਰ ਦਿੰਦੇ ਹਾਂ, 8 ਅਤੇ 1। ਇੱਕ ਸੰਖਿਆ ਦਾ ਬਣ ਗਈ 81। ਹੁਣ ਦੂਸਰੀ ਸੰਖਿਆ 1 ਨੂੰ ਪਹਿਲਾਂ ਲਿਖ ਲਓ, 8 ਨੂੰ ਬਾਅਦ 'ਚ ਲਿਖ ਲਓ, ਇਹ ਬਣ ਗਈ 18। ਇਸੇ ਤਰ੍ਹਾਂ ਹੀ ਵਾਲੇ ਸਵਾਲ ਕਰਨੇ ਆ ਤੁਸੀਂ। ਅੱਗੇ ਚੱਲਦੇ ਹਾਂ। ਸਵਾਲ ਨੰਬਰ 8, ਗੁਣਾ ਕਰੋ 25 ਨੂੰ 3 ਨਾਲ, 40 ਨੂੰ 0 ਨਾਲ, 32 ਨੂੰ 3 ਨਾਲ। ਇਹ ਸੰਖਿਆਵਾਂ, ਇਹ ਸਵਾਲ ਜਾਂ ਆਪਾਂ ਕਹਿ ਲਈ ਰਕਮ ਬਣਾਈ ਨਹੀਂ ਹੋਈ, ਬਣਾਉਣੀ ਪੈਣੀ ਹੈ। ਇੱਥੇ ਧਿਆਨ ਨਾਲ ਬਣਾ ਕੇ ਕਰਿਓ। ਸਵਾਲ ਨੰਬਰ 9, ਭਾਗ ਕਰੋ 42 ਨੂੰ 7 ਨਾਲ, 72 ਨੂੰ 8 ਨਾਲ। ਇਹ ਵੀ ਸਵਾਲ ਜਿਹੜਾ ਕਰਨਾ ਰਕਮ ਬਣਾ ਕੇ ਕਰਨਾ। ਅੱਗੇ ਚੱਲਦੇ ਹਾਂ। ਸਵਾਲ ਨੰਬਰ 10, ਜੋੜ ਨੂੰ ਗੁਣਾ ਦੇ ਰੂਪ ਵਿੱਚ ਬਦਲੋ। ਆਹ ਜੋੜ ਦਿੱਤਾ ਗਿਆ, ਜੋੜ ਦਾ ਰੂਪ ਦਿੱਤਾ ਗਿਆ, ਇਹਨੂੰ ਆਪਾਂ ਗੁਣਾ 'ਚ ਸਿੰਪਲ ਬਦਲਣਾ ਹੈ, ਲਿਖਣਾ ਹੈ ਗੁਣਾ ਦਾ ਰੂਪ ਬਣਾ ਕੇ। ਹੱਲ ਨਹੀਂ ਕਰਨਾ, ਗੁਣਾ ਦਾ ਰੂਪ ਬਣਾਉਣਾ। ਇਹ ਪਹਿਲਾਂ ਵੀ ਆਇਆ ਹੋਇਆ ਕਿ ਜੋੜ ਦਾ ਜਿਹੜਾ
ਇਹ ਜੋੜ ਦਾ ਰੂਪ ਦਿੱਤਾ ਹੋਇਆ, ਇਹਨੂੰ ਗੁਣਾ ਦੇ ਰੂਪ ਵਿੱਚ ਬਦਲਣ ਵਾਸਤੇ ਆਪਾਂ ਕੀ ਕਰਦੇ ਹਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੋਇਆ। ਸੋ ਇਹਨਾਂ ਸਵਾਲਾਂ ਨੂੰ ਬੜੇ ਹੀ ਧਿਆਨ ਨਾਲ ਅਤੇ ਸੋਚ ਕੇ ਕਰਨਾ ਹੈ। ਇੱਕ ਵਾਰ ਫਿਰ ਤੋਂ ਕਹਿ ਦਿਆਂ, ਇੱਥੇ ਸਿਰਫ ਜੋ ਗੁਣਾ ਦਾ ਰੂਪ ਲਿਖਣਾ ਹੈ, ਉਹਨੂੰ ਹੱਲ ਨਹੀਂ ਕਰਨਾ। ਠੀਕ ਹੈ ਜੀ। ਸੋ ਅੱਜ ਦਾ ਇਹ ਆਪਣੀ ਵਰਕਸ਼ੀਟ ਸੀ ਲਾਸਟ 18। ਆਪਾਂ ਅੱਜ ਇੰਗਲਿਸ਼ ਅਤੇ ਮੈਥ ਦੀਆਂ ਵਰਕਸ਼ੀਟਸ ਕੀਤੀਆਂ ਨੇ। ਤਾਂ ਪਿਆਰੇ ਬੱਚਿਓ, ਇਹਨਾਂ ਨੂੰ ਜਿਹੜੀਆਂ ਮੈਂ ਵੀਡੀਓ ਬਣਾ ਰਿਹਾ ਅਤੇ ਤੁਹਾਡੇ ਗਰੁੱਪ ਵਿੱਚ ਮੈਂ ਸੈਂਡ ਕਰ ਰਿਹਾ, ਇਹਨਾਂ ਨੂੰ ਤੁਸੀਂ ਨਾਲ ਜ਼ਰੂਰ ਦੇਖਿਆ ਕਰੋ। ਜਦੋਂ ਤੁਸੀਂ ਵਰਕਸ਼ੀਟਾਂ ਕਰਨ ਵਾਸਤੇ ਬੈਠਦੇ ਹੋ ਤਾਂ ਪਹਿਲੇ ਵਰਕਸ਼ੀਟਾਂ ਨੂੰ ਦੇਖੋ। ਜੇ ਕੁਝ ਸਮਝ ਨਹੀਂ ਆਉਂਦਾ ਤਾਂ ਫਿਰ ਤੁਸੀਂ ਇਹ ਵੀਡੀਓ ਵੇਖ ਸਕਦੇ ਹੋ, ਅਤੇ ਜਿਹੜੀ ਵਰਕਸ਼ੀਟ ਤੁਸੀਂ ਕਰਦੇ ਹੋ ਉਸ ਵੀਡੀਓ ਦਾ ਜਦੋਂ ਚਲਾਓਗੇ ਉਹਨੂੰ ਫਾਰਵਰਡ ਕਰਕੇ ਜਾਂ ਅੱਗੇ ਕਰਕੇ ਉਸ ਵਰਕਸ਼ੀਟ ਤੱਕ ਲਿਆ ਸਕਦੇ ਹੋ। ਜੇ ਨਹੀਂ ਸਮਝ ਆਉਂਦਾ ਤਾਂ ਵੀਡੀਓ ਨੂੰ ਤੁਸੀਂ ਪੂਰਾ ਵੀ ਦੇਖ ਸਕਦੇ ਹੋ। ਹਾਂ, ਥੋੜ੍ਹਾ ਜਿਹਾ ਵੀਡੀਓ ਦੇਖਣ 'ਤੇ ਟਾਈਮ ਲੱਗਦਾ, ਪਰ ਪਿਆਰੇ ਬੱਚਿਓ, ਜਿਸ ਤਰ੍ਹਾਂ ਅਗਰ ਸਕੂਲ ਵੀ ਆਉਂਦੇ ਤਾਂ ਆਪਾਂ ਨੂੰ ਘੱਟੋ ਘੱਟ 6 ਘੰਟੇ ਸਕੂਲ ਰਹਿਣਾ ਹੀ ਪੈਂਦਾ। ਸੋ ਅਗਰ ਆਪਾਂ 2 ਘੰਟੇ ਆਪਾਂ ਘਰ ਮੋਬਾਈਲ 'ਤੇ, ਮੈਂ ਨਹੀਂ ਕਹਿੰਦਾ ਵੀ 2 ਘੰਟੇ ਮੋਬਾਈਲ 'ਤੇ ਲਗਾਓ, ਪਰ 20 ਮਿੰਟ 15-20 ਮਿੰਟ ਅੱਧਾ ਘੰਟਾ ਇਹ ਵੀਡੀਓ ਦੇਖ ਕੇ ਤੁਸੀਂ ਵਰਕਸ਼ੀਟਾਂ ਨੂੰ ਆਸਾਨੀ ਨਾਲ ਕਰ ਸਕਦੇ ਹੋ। ਅਤੇ ਮੈਂ ਉਮੀਦ ਕਰਨਾ ਕਿ ਐਵੇਂ ਹੀ ਤੁਸੀਂ ਵਰਕਸ਼ੀਟਾਂ ਨੂੰ ਕਰਦੇ ਰਹੋਗੇ, ਜਿਹੜਾ ਕਿ ਆਪਣੇ ਵਾਸਤੇ ਬਹੁਤ ਹੀ ਲਾਭਦਾਇਕ ਹੈ। ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਗਲੇ ਮਹੀਨੇ, ਜਿਵੇਂ ਤੁਹਾਨੂੰ ਪਤਾ ਹੀ ਸ਼ਾਇਦ ਆਪਣੇ ਪੇਪਰ ਵੀ ਹੈਗੇ ਹੈ, ਤਾਂ ਤੁਹਾਨੂੰ ਜ਼ਿਆਦਾ ਮਿਹਨਤ ਕਰਨ ਦੀ ਲੋੜ ਨਹੀਂ ਪਏਗੀ। ਅਗਰ ਹੁਣ ਆਪਾਂ ਸਿਰਫ ਦਿਨ ਦੇ 2 ਘੰਟੇ ਵੀ ਅਗਰ ਆਪਾਂ ਇਹਨਾਂ ਨੂੰ ਕਰ ਲਈਏ ਤਾਂ ਆਪਣੇ ਵਾਸਤੇ ਬਹੁਤ ਹੀ ਵਧੀਆ, ਤੁਹਾਡੇ ਵਾਸਤੇ ਵੀ ਵਧੀਆ ਹੈ, ਤੁਹਾਡੇ ਪੇਰੈਂਟਸ ਵਾਸਤੇ ਵੀ ਵਧੀਆ ਹੈ, ਅਤੇ ਸਾਡੇ ਵਾਸਤੇ ਵੀ ਬਹੁਤ ਵਧੀਆ। ਅਤੇ ਹੁਣ ਮੈਂ ਇਜਾਜ਼ਤ ਚਾਹਾਂਗਾ। ਧੰਨਵਾਦ।